बार बार ये गल कह रहे हो भी सुखबीर सिंह बादल ते प्रकाश सिंह बादल इन्हां दा हत्थ है। वो कह रहे भी जे साडा बेअदबियां दे विच कोई खत होवे साडा रवे कख ना। ਅੱਜ ਪੰਜਾਬ ਦੇ ਵਿੱਚ ਉਹਨਾਂ ਦਾ ਰਿਹਾ ਕੱਖ ਨਹੀਂ। ਉਹ ਆਪੋਜੀਸ਼ਨ ਦੇ ਲੀਡਰ ਵੀ ਨਹੀਂ ਬਣ ਸਕੇ, ਤੀਜੇ ਥਾਂ ਤੇ ਆਏ ਨੇ ਤੇ ਉਹਨਾਂ ਦੇ ਹੁਣ ਪੁਰਜੇ ਕਿਰਨੇ ਸ਼ੁਰੂ ਹੋ ਗਏ ਨੇ। ਤਾਂ ਕੋਹਲੀ ਦੀ ਇੰਟਰੋਗੇਸ਼ਨ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗਾ ਬੰਦਾ ਕਰੇ ਕਿ ਕਾਕਾ ਤੇਰੀ ਕੀ ਐਸੋਸੀਏਸ਼ਨ ਸੀ, ਤੈਨੂੰ ਕੌਣ ਪ੍ਰੈਸ਼ਰ ਪਾਉਂਦਾ ਸੀ ਕਿ ਤੂੰ ਕੰਮ ਨਹੀਂ ਕਰਦਾ ਸੀ ਤੇ ਤੈਨੂੰ ਕਰੋੜ ਰੁਪਇਆ ਮਿਲ ਜਾਂਦਾ कि मुलाजमां दी बली दे के बिल्कुल बादलकियां तो ते SGPC तो एक कलंक धोता जाएगा। बादल इस सारे किसे नूं किसे मनसूबे दे तहत किसे योजना दे तहत दबा के रखना चाहते हैं तां जो वो सिखां दे विचों सिक्खी खत्म करना चाहते हैं, जिहदे नाल रल के इन्हां ने सिक्खी दा घाण कीता। जिस सोच नाल रल के बादलां ने ਉਹ ਇਹਨਾਂ ਨੂੰ ਕੋਹਲੀ ਵਾਂਗ ਝਟਕ ਕੇ ਇਸ ਦੁਨੀਆ ਸਾਹਮਣੇ ਲਿਆਉਣਗੇ ਵੀ ਇਹ ਬੇਈਮਾਨ ਨੇ ਕਿ ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੋ ਜਾਂਦਾ ਕੌਮ ਦੀਆਂ ਇੱਛਾਵਾਂ ਦੇ ਤੌਰ ਤੇ ਉਨੀ ਦੇਰ ਤੱਕ ਅਸੀਂ ਕਿਸੇ ਹੋਰ ਗੱਲ ਦੇ ਉੱਤੇ ਉਨੀ ਕਨਸੈਂਟਰੇਸ਼ਨ ਨਹੀਂ ਕਰਾਂਗੇ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ। दर्शकों तुहाडे नाल पिछले एपीसोड दे विच वादा करके गया सां कि अगले प्रोग्राम दे विच भी प्रोफैसर महेंद्रपाल सिंह मेरे नाल होणगे। गुरु ग्रंथ साहिब पातशाह महाराज जी दे 500 प्लस स्वरूप गायब हो गए ने, इन्हां सारे मुद्दिआं ते जानकारियां लवांगे। आओ तुहाडे नाल कीते वादे ते फुੱਲ चढ़ाउंदा होया प्रोग्राम लैके हाज़र हां ते मेरे नाल दे प्रोफैसर महेंद्रपाल सिंह जी। आओ सब तो पहला प्रोग्राम दे विच उन्हां दा स्वागत करदे हां। वीर जी वाहिगुरू जी का खालसा वाहिगुरू जी की फतेह। मखू साहब ਜਦੋਂ ਆਪਾਂ ਪਿਛਲਾ ਐਪੀਸੋਡ ਦੀ ਸਮਾਪਤੀ ਕੀਤੀ ਸੀ ਉਹਦੇ ਵਿੱਚ ਤੁਸੀਂ ਇੱਕ ਹਵਾਲਾ ਦਿੱਤਾ ਸੀ ਵੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਵੀ ਇਹ ਸਾਰੇ ਜਿਹੜੇ ਨੇ ਦੋਸ਼ੀ ਨੇ। ਮੈਂ ਤੁਹਾਡੀ ਵਿਚਾਰਾਂ ਦੀ ਆਜ਼ਾਦੀ ਖਤਮ ਨਹੀਂ ਕਰਾਂਗਾ, ਤੁਹਾਨੂੰ ਆਪਣੀ ਗੱਲ ਰੱਖਣ ਦਾ ਇਸ ਮੰਚ ਦੇ ਉੱਪਰ ਪੂਰਾ ਅਧਿਕਾਰ ਹੈ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਪਰ ਜੇ ਤੁਹਾਡੇ ਕੋਲ ਕੋਈ ਸਬੂਤ ਹੈ ਮੈਂ ਚਾਹੁੰਦਾ ਵੀ ਜਨਤਕ ਕਰ ਦਿਓ ਇਹ ਗੱਲਾਂ ਵੀ ਤੁਸੀਂ ਬਾਰ ਬਾਰ ਇਹ ਗੱਲ ਕਹਿ ਰਹੇ ਹੋ ਵੀ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦਾ ਹੱਥ ਹੈ। ਉਹ ਕਹਿ ਰਹੇ ਵੀ ਜੇ ਸਾਡਾ ਬੇਅਦਬੀਆਂ ਦੇ ਵਿੱਚ ਕੋਈ ਖਤ ਹੋਵੇ ਸਾਡਾ ਰਵੇ ਕੱਖ ਨਾ। ਜਿਸ ਰਾਜ ਭਾਗ ਦੀ ਖਾਤਰ ਮੰਨ ਲਓ ਲੋਕ ਕਹਿੰਦੇ ਨੇ ਬੇਅਦਬੀ ਕੀਤੀ ਹੈ ਨਾ, ਉਹ ਕਹਿੰਦੇ ਸਾਡਾ ਸਾਰਾ ਕੁਝ ਉਹ ਖਤਮ ਹੋ ਜਾਵੇ। ਮੈਂ ਤੇ ਦੋਵੇਂ ਪੱਖ ਜਿਹੜੇ ਨੇ ਉਹ ਇਸ ਮੰਚ ਦੇ ਰਾਖੀ ਅੱਗੇ ਰੱਖਦਾ ਵਾਂ। ਮੈਂ ਕਹਿੰਦਾ ਵੀ ਸਬੂਤ ਕੋਈ ਵੀ ਹੈ ਉਹ ਗੱਲ ਦੁਨੀਆ ਦੇ ਅੱਗੇ ਰੱਖ ਦੇਣੀ ਚਾਹੀਦੀ ਹੈ। मैं तुहाडी गल दे विचों ही जवाब शुरू करदा। पहली गल तां तुसीं कहा भी वो कहंदे ने भी जिन्हें महाराज दी बेअदबी करवाई होवे उहदा रहे कख ना जी। अज पंजाब दे विच उहनां दा रहा कख नहीं। वो अपोजिशन दे लीडर भी नहीं बन सके, तीजे थां ते आए ने ते उहनां दे हुण पुरजे किरने शुरू हो गए ने, चाहे वो ढींडसे दे रूप च हो जाण, चाहे वो ब्रह्मपुरे दे रूप च हो जाण जां किसी होर दे रूप च हो जाण। रहा तां उहनां दा कख नहीं। ये तां उहदी अरदास सुनी गई है। ਹੁਣ ਤੁਸੀਂ ਇਹ ਪੁੱਛਦੇ ਹੋ ਕਿ ਤੁਹਾਡੇ ਕੋਲ ਕੀ ਸਬੂਤ ਹੈ ਜੀ। ਜਦੋਂ ਹਾਲਾਤ ਹੀ ਸਬੂਤ ਬਣ ਜਾਣ ਫਿਰ ਕੋਈ ਕਾਗਜ਼ ਤੇ ਲਿਖ ਕੇ ਮੈਨੂੰ ਨਹੀਂ ਦਊਗਾ ਤੇ ਮੈਂ ਤੁਹਾਨੂੰ ਨਹੀਂ ਦੇ ਸਕਾਂਗਾ। ਮੈਂ ਹਾਲਾਤਾਂ ਦੀ ਗੱਲ ਜ਼ਰੂਰ ਕਰਾਂਗਾ ਜਿਹੜੇ ਹਾਲਾਤ ਕੂਕ ਕੇ ਕਹਿ ਰਹੇ ਨੇ ਕਿ ਇਹਨਾਂ ਸਾਰੀਆਂ ਗੱਲਾਂ ਦੇ ਜ਼ਿੰਮੇਵਾਰ ਬਾਦਲ ਤੇ ਉਹਨਾਂ ਦੀ ਜੁੰਡਲੀ ਹੈ। ਹੁਣ ਗੱਲ ਕਰਦੇ ਹਾਂ ਕਿ ਜਿੰਨੇ ਵੀ ਕੱਲ ਇੰਪਲਾਈਜ਼ ਜਿਹੜੇ ਨੇ ਉਹ ਉਹਨਾਂ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਇਹ ਕਿਹਾ ਗਿਆ ਕਿ ਅਕਾਲ ਤਖਤ ਸਾਹਿਬ ਦੇ ਉੱਤੋਂ ਇੱਕ ਕਮੇਟੀ ਬਣੀ ਸੀ। ਉਹ ਕਮੇਟੀ ਨੇ ਇੱਕ ਰਿਪੋਰਟ ਦਿੱਤੀ। ਰਿਪੋਰਟ ਨੂੰ ਹਜੇ ਜਨਤਕ ਨਹੀਂ ਕੀਤਾ ਉਹਨਾਂ ਨੇ, ਲੌਂਗੋਵਾਲ ਸਾਹਿਬ ਨੇ ਜੀ ਰਿਪੋਰਟ ਜਨਤਕ ਨਹੀਂ ਕੀਤੀ। ਉਸ ਪ੍ਰੈਸ ਨੂੰ ਅਸਲ ਚਾਹੀਦਾ ਸੀ ਵੀ ਆਹ ਫੜੋ ਰਿਪੋਰਟ, ਇਹਦੇ ਵਿੱਚ ਜੋ ਲਿਖਿਆ ਉਹਦੇ ਹਿਸਾਬ ਨਾਲ ਅਸੀਂ ਇਹ ਜਿਹੜੇ ਫੈਸਲੇ ਲਏ ਨੇ ਤੇ ਉਹ ਤੁਸੀਂ ਆਪੇ ਦੇਖ ਲਓ ਵੀ ਠੀਕ ਲਏ ਨੇ ਕਿ ਗਲਤ ਲਏ ਨੇ। ਇੱਕ ਤਾਂ ਗੱਲ ਹੈ ਵੀ ਅੱਜ ਤੱਕ ਵੀ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ ਰਿਪੋਰਟ ਜਨਤਕ ਨਹੀਂ ਕੀਤੀ ਜੀ, ਜਦ ਕਿ ਇੰਨਾ ਵੱਡਾ ਮਸਲਾ ਜਨਤਕ ਕਰਨਾ ਚਾਹੀਦਾ ਸੀ। ਅਗਲੀ ਗੱਲ ਰਿਪੋਰਟ ਦੇ ਵਿੱਚ ਕਹੇ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਮੇਰਾ ਵਾਅਦਾ ਸੀਗਾ ਰਿਪੋਰਟ ਤਿਆਰ ਕਰਨ ਵਾਲਿਆਂ ਦਾ ਵੀ ਜਿਨ੍ਹਾਂ ਨੂੰ ਤੁਸੀਂ ਮੈਂਸ਼ਨ ਕਰੋਗੇ ਉਹਨੂੰ ਸਜ਼ਾ ਮੈਂ ਦਿਵਾਉਂਗਾ। ਇਹ ਕਹਿਣ ਨੂੰ ਤਾਂ ਬਹੁਤ ਵਧੀਆ ਗੱਲ ਲੱਗਦੀ ਹੈ ਤੇ ਕਈ ਜਾ ਚੁੱਕੀ ਹੈ। ਹਰਪ੍ਰੀਤ ਸਿੰਘ ਜੀ ਵੱਲੋਂ ਆਪਣੇ ਤੋਂ ਉਤਾਰ ਕੇ
ਐਸਜੀਪੀਸੀ ਨੂੰ ਕਹਿੰਦਾ ਵੀ ਮੈਂ ਜਾਂਚ ਕਰਵਾਤੀ ਹੈ, ਹੁਣ ਸਜ਼ਾ ਤੁਸੀਂ ਦਿਓ ਜੀ। ਐਸਜੀਪੀਸੀ ਨੇ ਉਹੀ ਇੱਕ ਰਾਜਸੀ ਗੇੜ ਦੇ ਵਿੱਚ ਲਿਆਂਦੀ ਹੈ ਇਹ ਗੱਲ, ਕਿਉਂਕਿ ਉਹਨਾਂ ਨੇ ਜੋ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਲੌਂਗੋਵਾਲ ਸਾਹਿਬ ਨੇ, ਉਹ ਗੱਲ ਉਹਨਾਂ ਨੇ ਲਿਖਤੀ ਤੌਰ ਤੇ ਨਹੀਂ ਭੇਜੀ ਹੈ ਪੱਤਰਕਾਰਾਂ ਦੇ ਕੋਲ। ਮੈਂ ਇਹ ਸਰਬਜੀਤ ਸਿੰਘ ਇੱਕ ਵਕੀਲ ਨੇ ਵੇਰਕਾ ਦੇ, ਉਹਨਾਂ ਦੇ ਹਵਾਲੇ ਨਾਲ ਇਹ ਗੱਲ ਕਹਿਣਾ ਜੋ ਉਹਨਾਂ ਨੇ ਵੀਡੀਓ ਦੇ ਵਿੱਚ ਆ ਕੇ ਕਿਹਾ ਕਿ ਜਿਸ ਦਿਨ ਪ੍ਰੈਸ ਕਾਨਫਰੰਸ ਖਤਮ ਹੋਈ ਹੈ, ਜੋ ਲੌਂਗੋਵਾਲ ਜੀ ਬੋਲੇ ਨੇ ਜੀ, ਉਹ ਬੋਲੇ ਨੇ ਫੋਰ ਐਗਜ਼ਾਮਪਲ ਡਾਕਟਰ ਰੂਪ ਸਿੰਘ ਦਾ ਅਸਤੀਫਾ ਪ੍ਰਵਾਨ ਕੀਤਾ ਜਾਂਦਾ ਹੈ ਪਰ ਵਿਭਾਗੀ ਕਾਰਵਾਈ ਹੋਏਗੀ, ਪਰ ਜਿਹੜਾ ਲਿਖਤੀ ਪ੍ਰੈਸ ਨੋਟ ਭੇਜਿਆ ਹੈ ਉਹਦੇ ਚ ਵਿਭਾਗੀ ਕਾਰਵਾਈ ਦੀ ਗੱਲ ਨਹੀਂ ਕੀਤੀ, ਸਿਰਫ ਅਸਤੀਫਾ ਪ੍ਰਵਾਨ ਕਰਨ ਦੀ ਗੱਲ ਹੈ 1 ਨੰਬਰ। ਉਸ ਤੋਂ ਬਾਅਦ ਸਰਬਜੀਤ ਸਿੰਘ ਕਹਿੰਦੇ ਨੇ, ਇਹ ਤੁਸੀਂ ਵੀ ਪਤਾ ਕਰ ਸਕਦੇ ਹੋ, ਮੈਂ ਵੀ ਪਤਾ ਕਰੂੰਗਾ, ਕਿ ਜਿਹੜੇ ਲੌਂਗੋਵਾਲ ਸਾਹਿਬ ਦੇ ਪੀਏ ਨੇ ਪ੍ਰੈਸ ਕਾਨਫਰੰਸ ਤੋਂ ਬਾਅਦ ਉਹਨਾਂ ਦੀ ਲਗਾਤਾਰ ਸਾਰੇ ਹੀ ਪ੍ਰੈਸ ਕੋਰਸਪੋਂਡੈਂਸ ਦੇ ਨਾਲ ਜੀ ਗੱਲ ਹੋਈ ਹੈ, ਤੇ ਉਸੇ ਟਾਈਮ ਹੀ ਅੱਗੇ ਪਿੱਛੇ ਕਰਕੇ ਉਹਨਾਂ ਮਿੰਟਾਂ ਵਿੱਚ ਹੀ ਡਾਕਟਰ ਰੂਪ ਸਿੰਘ ਦੀ ਸਾਰੇ ਪੱਤਰਕਾਰਾਂ ਨਾਲ ਗੱਲ ਹੋਈ ਹੈ। ਪੱਤਰਕਾਰਾਂ ਦੇ ਸੋਰਸ ਉਹਨਾਂ ਦੇ ਇਹ ਕਹਿੰਦੇ ਨੇ ਕਿ ਸਾਨੂੰ ਕਿਹਾ ਗਿਆ ਵੀ ਸੰਜਮ ਨਾਲ ਲਾਇਓ, ਵਿਭਾਗੀ ਕਾਰਵਾਈ ਬਾਰੇ ਅਸੀਂ ਹਜੇ ਕੋਈ ਨਿਰਣਾ ਨਹੀਂ ਲਿਆ। ਸੋ ਖਬਰ ਨੂੰ ਫਿਰ ਕਿਉਂ ਰੋਕਿਆ ਜਾ ਰਿਹਾ ਹੈ ਜੀ? ਬੋਲਿਆ ਤਾਂ ਗਿਆ ਕਿ ਲੋਕਾਂ ਦਾ ਗੁੱਸਾ ਠੰਡਾ ਹੋ ਜੇ, ਬੋਲਿਆ ਕੀਤਾ ਨਹੀਂ ਜਾ ਰਿਹਾ। ਇਹ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਗੱਲ ਨਾਲ ਹੀ ਲਿਖੀ ਗਈ ਹੈ ਬਾਅਦ ਵਿੱਚ ਵੀ ਜਿਹੜੇ ਇਹ ਫੈਸਲੇ ਨੇ ਅਗਲੇ ਹੁਕਮਾਂ ਤੱਕ, ਬਸ ਫਿਰ ਉਹੀ ਗੱਲ ਹੋ ਗਈ, ਅਗਲੇ ਹੁਕਮ ਕੁਝ ਵੀ ਆ ਸਕਦੇ। ਇਹਦਾ ਮਤਲਬ ਹੈ ਹਾਂ ਇਹ ਗੱਲ ਇਹ ਹੈ ਵੀ ਅਗਲੇ ਹੁਕਮ ਇਹ ਵੀ ਕਹਿ ਸਕਦੇ ਵੀ ਜੋ ਅਸੀਂ ਉੱਥੇ ਬੋਲਿਆ ਸੀ ਉਹ ਸਾਰਾ ਗਲਤ ਹੈ, ਇਹ ਸਾਰੇ ਬਰੀ ਨੇ, ਕਿਉਂਕਿ ਪਹਿਲਾਂ ਇਦਾਂ ਹੁੰਦਾ ਰਿਹਾ। ਮੈਂ ਹੁਣ 2 ਗੱਲਾਂ ਦੇ ਉੱਤੇ ਕੰਸਨਟਰੇਟ, 2 ਸ਼ਖਸੀਅਤਾਂ ਉੱਪਰ ਕੰਸਨਟਰੇਟ ਕਰਕੇ ਹਵਾਲਾ ਦਿੰਨਾ ਕਿ ਕਿਵੇਂ ਬਾਦਲ ਜਿਹੜੇ ਨੇ ਉਹ ਜ਼ਿੰਮੇਵਾਰ। ਪਹਿਲੀ ਗੱਲ ਹੈ ਕਿ 2009 ਦੇ ਵਿੱਚ SS ਕੋਹਲੀ ਐਂਡ ਕੰਪਨੀ, ਜੋ ਵੀ ਦਾ ਨਾਮ ਹੋਏਗਾ, ਐਸੋਸੀਏਟਸ, ਉਹ ਚਾਰਟਰਡ ਅਕਾਊਂਟੈਂਟ ਦੀ ਕੰਪਨੀ ਹੈ ਬਹੁਤ ਵੱਡੀ ਜੀ। ਉਹਨਾਂ ਨੂੰ SGPC ਦਾ ਸਾਰਾ ਆਡਿਟ ਦੇ ਦਿੱਤਾ ਗਿਆ 2009 ਚ। ਖੱਪ ਪਈ ਵੀ ਤੁਸੀਂ ਅੰਦਰੋਂ ਅੰਦਰੀ ਕਿਵੇਂ ਦੇ ਸਕਦੇ ਹੋ, ਅਖਬਾਰਾਂ 'ਚ ਕੱਢਤਾ ਤੇ ਦੁਬਾਰਾ ਉਹਨਾਂ ਨੂੰ ਦੇਤਾ। ਇੱਕ ਤਾਂ ਗੱਲ ਇਹ ਹੈ ਕਿਉਂ, ਹੁਣ ਇਹ ਹੈ ਵੀ ਮੈਂ ਕਿਉਂ ਉਸ ਚਾਰਟਰਡ ਅਕਾਊਂਟੈਂਟ ਦੀ ਗੱਲ ਕਰਦਾ। ਚਾਰਟਰਡ ਅਕਾਊਂਟੈਂਟ SS ਕੋਹਲੀ ਐਂਡ ਐਸੋਸੀਏਟਸ ਜਿਹੜੇ ਨੇ ਜੀ, ਉਹ ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਬਾਦਲ ਦੇ ਸਾਰੇ ਜਿੰਨੇ ਵਪਾਰ ਚੱਲਦੇ ਨੇ, ਚਾਹੇ ਹੋਟਲ ਨੇ, ਚਾਹੇ ਟਰਾਂਸਪੋਰਟ ਹੈ, ਚਾਹੇ ਕੁਝ ਹੋਰ ਹੈ, ਉਹਨਾਂ ਨੂੰ ਵੀ ਆਡਿਟ ਜਾਂ ਉਹਨਾਂ ਦਾ ਜੋ ਵੀ ਕਰਨਾ ਹੁੰਦਾ ਹੈ ਉਹ ਸਾਰਾ ਉਹੀ ਕੋਹਲੀ ਐਸੋਸੀਏਟ ਕਰਦੇ ਨੇ, ਜਿਨ੍ਹਾਂ ਨੂੰ ਇੱਕ ਗਿਫਟ ਦਿੱਤਾ ਗਿਆ ਕਿ SGPC ਜੋ ਜਿਹੜਾ ਮਾਲ ਖਾਣਾ ਖਾ ਲਓ, ਕੰਮ ਸਾਡਾ ਕਰੀ ਜਾਇਆ ਕਰੋ। ਤੇ SGPC ਜਦੋਂ ਇਹ ਸਮਝੌਤਾ ਤੈਅ ਹੋਇਆ ਕਿ ਇਹਨਾਂ ਨੂੰ SGPC ਵਾਸਤੇ ਰੱਖਣਾ ਹੈ ਜੀ, ਤਾਂ 4 ਕੰਮ ਉਹਨਾਂ ਨੂੰ ਦਿੱਤੇ ਗਏ ਜੋ ਇਹ ਰਿਪੋਰਟ ਵਿੱਚ ਵੀ ਆਇਆ ਹੈ। ਤੁਸੀਂ ਆਡਿਟ ਕਰਨਾ ਹੈ, ਪ੍ਰੀ ਆਡਿਟ ਕਰਨਾ ਹੈ, ਇੱਦਾਂ ਦਾ ਤੁਸੀਂ ਸਾਰਾ ਆਨਲਾਈਨ ਕਰਨਾ ਹੈ। ਇਹ 4 ਅੱਡ-ਅੱਡ ਤਰ੍ਹਾਂ ਦੇ ਕੰਮ ਇਸ ਮਾਮਲੇ ਦੇ ਦਿੱਤੇ ਗਏ ਜੀ। 2009 ਦੇ ਵਿੱਚ ਇਹ ਗੱਲ ਹੁੰਦੀ ਹੈ, ਉਦੋਂ ਹੀ ਇਹ ਕੰਮ ਦੇ ਦਿੱਤੇ ਜਾਂਦੇ ਨੇ ਤੇ 1 ਕਰੋੜ ਰੁਪਈਆ ਮਹੀਨਾ ਉਹਨਾਂ ਨੂੰ, ਸਾਲ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ। 1 ਕਰੋੜ ਰੁਪਈਆ ਇਹ ਲਿਖਤੀ ਹੈ, ਜਿਹੜਾ ਜ਼ਿਕਰ ਉਸ ਰਿਪੋਰਟ ਵਿੱਚ ਵੀ ਆਇਆ ਹੈ ਜੀ। ਜਿਹੜੀ ਰਿਪੋਰਟ ਜਾਰੀ ਕੀਤੀ ਹੈ ਲੌਂਗੋਵਾਲ ਜੀ ਨੇ, ਉਹਦੇ ਵਿੱਚ ਵੀ ਆਇਆ ਹੈ। ਹੁਣ ਅਗਲੀ ਗੱਲ, 2009 ਦੇ ਵਿੱਚ ਉਹਨੂੰ ਕੰਮ ਦਿੱਤਾ ਗਿਆ, ਇਹ 4 ਕੰਮ ਤੂੰ ਕਰਨੇ ਨੇ, ਇਹਨਾਂ ਕਰਕੇ ਤੈਨੂੰ 1 ਕਰੋੜ ਰੁਪਇਆ ਮਿਲਿਆ ਕਰੂਗਾ ਹਰ ਸਾਲ। 10 ਦੇ ਵਿੱਚ ਉਹਨੂੰ ਫਿਰ ਐਕਸਟੈਂਸ਼ਨ ਮਿਲੀ ਹੈ। 10 ਵਿੱਚ ਉਹਦੇ ਕੰਮ ਨਹੀਂ ਦੇਖੇ ਗਏ ਕਿ ਜਿਹੜੇ ਕੰਮ ਦਿੱਤੇ ਸੀ ਉਹ ਕਰ ਵੀ ਰਿਹਾ ਕਿ ਨਹੀਂ ਕਰ ਰਿਹਾ। ਫਿਰ ਐਕਸਟੈਂਸ਼ਨ ਕੌਣ ਦੇ ਰਿਹਾ ਸੀ? ਹੁਣ ਤਾਂ ਮੁਲਾਜ਼ਮ ਫਸ ਰਹੇ ਨੇ ਸਾਰੀ ਗੱਲ ਦੇ ਉੱਤੇ, ਫਸ ਨਹੀਂ ਰਹੇ, ਉਹਨਾਂ ਵੱਲੋਂ ਫਸਾਏ ਜਾ ਰਹੇ ਨੇ ਆਪਣੇ ਆਪ ਨੂੰ ਬਰੀ ਕਰਨ ਵਾਸਤੇ। SGPC ਦੇ ਮੈਂਬਰ ਬਰੀ ਹੋ ਜਾਣ, ਪ੍ਰਧਾਨ ਬਰੀ ਹੋ ਜਾਣ, ਪ੍ਰਧਾਨਾਂ ਦਾ ਪਿਓ ਬਾਦਲ ਬਰੀ ਹੋ ਜਾਵੇ। 10 ਅੱਜ ਹੈਗੀ 2020 ਜੀ, ਇਹ 11 ਸਾਲ ਬਣਦੇ ਨੇ। 11 ਸਾਲ ਤੋਂ ਫਿਰ ਉਹੀ ਬੰਦੇ ਕਰ ਰਹੇ ਨੇ ਤੇ ਅੱਜ ਇਹਨਾਂ ਦੀ ਰਿਪੋਰਟ ਕਹਿੰਦੀ ਹੈ ਕਿ ਉਹਨੇ 75% ਤਾਂ ਕੰਮ ਕੀਤਾ ਹੀ ਨਹੀਂ, ਸਿਰਫ 25% ਪ੍ਰੀ ਆਡਿਟਿੰਗ ਦਾ ਕੰਮ ਕੀਤਾ ਹੈ। ਇਸ ਕਰਕੇ 10 ਕਰੋੜ ਚੋਂ 7.5 ਕਰੋੜ ਰੁਪਏ ਉਹ ਜਮ੍ਹਾਂ ਕਰਾਵੇ। ਇਹ ਗੱਲ ਉਹਨਾਂ ਦੀ ਰਿਪੋਰਟ ਵਿੱਚ ਆਈ ਹੈ, ਪ੍ਰੈਸ ਕਾਨਫਰੰਸ ਦੇ ਵਿੱਚ ਆਈ ਹੈ। ਹੁਣ ਗੱਲ ਇਹ ਹੈ ਕਿ ਮੈਂ ਕਹਿੰਦਾ ਬਾਦਲ ਕਰਦਾ ਹੈ, ਚਲਦੀ ਬਾਦਲ ਦੀ ਹੈ,
ਉਹਨੂੰ ਜਿਹੜੀ ਬਾਰ-ਬਾਰ ਬਾਦਲ ਦਾ ਉਹ ਆਡੀਟਰ ਹੈ ਉਹਦੇ ਬਿਜ਼ਨਸ ਦਾ, ਤੇ ਅਸੀਂ ਸਿੱਖ ਕੋਈ ਪਾਗਲ ਥੋੜੀ ਆ ਵੀ ਜਿਹੜੇ ਇਹ ਗੱਲ ਸਮਝਦੇ ਨਹੀਂ ਹੈਗੇ ਕਿ ਜਿਹੜਾ ਬੰਦਾ ਕੰਮ ਨਹੀਂ ਕਰ ਰਿਹਾ, ਐਸਜੀਪੀਸੀ ਤੋਂ ਪੈਸੇ ਲੈ ਰਿਹਾ ਹੈ, ਬਾਦਲ ਦਾ ਉਹ ਬੰਦਾ ਹੈ, ਬਾਦਲ ਨੇ ਰਖਵਾਇਆ ਹੈ, ਤੇ ਉਹਨੂੰ ਐਕਸਟੈਂਸ਼ਨ ਕਿਹਦੇ ਕਹੇ ਤੇ ਮਿਲਦੀ ਹੈ ਫਿਰ? ਬਾਦਲ ਦੇ। ਜਿਹੜਾ ਕੰਮ ਉਹਨੇ ਨਹੀਂ ਕੀਤਾ ਅੱਜ ਉਹਨੂੰ ਤੁਸੀਂ ਜ਼ਿੰਮੇਵਾਰ ਠਹਿਰਾ ਰਹੇ ਹੋ ਵੀ ਜੇ ਤੂੰ ਟਾਈਮ ਸਿਰ ਕੰਮ ਕੀਤਾ ਹੁੰਦਾ ਤਾਂ ਆਹ ਗੱਲਾਂ ਨਾ ਹੁੰਦੀਆਂ। ਇਹਦਾ ਤੁਸੀਂ ਕਹਿੰਦੇ ਹੋ ਨਾ, ਅਸਲ ਵਿੱਚ ਉਹ ਜਿਨ੍ਹਾਂ ਨੇ ਇਹ ਕਰਵਾਉਣਾ ਹੀ ਸੀ ਬਾਦਲਾਂ ਨੇ ਜੀ, ਉਹ ਕਿਉਂ ਉਸ ਤੇ ਜ਼ੋਰ ਪਾਉਂਦੇ ਵੀ ਉਹ ਕੰਮ ਕਰ? ਪਰ ਸਵਾਲ ਪੈਦਾ ਹੋ ਜਾਂਦਾ ਵੀ 11 ਸਾਲਾਂ ਬਾਅਦ ਹੀ ਇਹਨਾਂ ਨੂੰ ਪਤਾ ਕਿਉਂ ਲੱਗਾ ਵੀ ਉਹਨੇ 75% ਤੇ ਕੰਮ ਕੀਤਾ ਹੀ ਨਹੀਂ? ਇਹੀ ਮੇਰਾ ਸਵਾਲ ਹੈ ਮੱਖੂ ਸਾਹਿਬ। ਦੂਜੇ ਸਾਲ ਕਿਉਂ ਨਹੀਂ ਲੱਗਿਆ? ਦੂਜੇ ਸਾਲ, ਤੀਜੇ, ਹਰ 2 ਸਾਲ ਬਾਅਦ ਉਹਨੂੰ ਐਕਸਟੈਂਸ਼ਨ ਦਿੱਤੀ ਹੈ, ਇੱਕ ਵਾਰ ਵਿੱਚ 3 ਸਾਲ ਦੀ ਵੀ ਦਿੱਤੀ ਹੈ, ਤੇ ਹੁਣ ਫਿਰ 22 ਤੱਕ ਉਹਦੇ ਕੋਲ ਹੈਗਾ। ਜਿਹੜਾ ਸੀਗਾ ਚਲੋ ਹੁਣ ਖਤਮ ਹੋ ਗਿਆ, ਪਰ ਪਾਸ ਤਾਂ ਹੋਇਆ ਵਾ ਸੀਗਾ, ਪਰ ਉਹਦਾ ਕੰਮ 11 ਸਾਲ 'ਚ ਦੇਖਿਆ ਕਿਨੇ ਨਹੀਂ ਹੈਗਾ ਕਿ ਉਹ ਜਿਹੜਾ ਮੁੰਡਾ ਜਿਹਦੇ ਬਾਰੇ ਗੱਲ ਕਰਦੇ ਨੇ ਮਹਾਰਾਜ ਦੇ ਸਰੂਪ ਦਿੰਦਾ ਸੀ ਜਾਂ ਘਪਲਾ ਕਰਦਾ ਸੀ, ਕਿ ਉਹਨੇ ਦੇਖਣਾ ਸੀ ਕਿ ਕੋਹਲੀ ਐਸੋਸੀਏਟ ਨੂੰ ਰੱਖਣਾ ਕਿ ਨਹੀਂ ਰੱਖਣਾ ਅੱਗੇ। ਇਹ ਤਾਂ ਪ੍ਰਧਾਨ ਨੇ ਦੇਖਣਾ ਸੀ, ਇਹ ਤਾਂ ਐਗਜ਼ੈਕਟਿਵ। ਹੁਣ ਮੈਂ ਇੱਕ ਹੋਰ ਪ੍ਰੈਕਟੀਕਲ ਉਦਾਹਰਨ ਦਿੰਦਾ। ਜਦੋਂ ਲੌਂਗੋਵਾਲ ਜੀ ਬੋਲ ਰਹੇ ਸੀ, ਉਹਨਾਂ ਦੇ ਖੱਬੇ ਹੱਥ ਸਾਹਮਣੇ ਸੱਜੇ ਹੱਥ ਰਜਿੰਦਰ ਸਿੰਘ ਮਹਿਤਾ ਬੈਠੇ ਸੀ। ਰਜਿੰਦਰ ਸਿੰਘ ਮਹਿਤਾ ਦੇ ਸਬੰਧ 'ਚ ਮੈਂ ਇਹ ਗੱਲ ਕਹਿਣਾ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਰਾਧਾ ਸਵਾਮੀਆਂ ਨੇ ਬਿਆਸ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਢਾਤਾ ਜੀ। ਆਵਾਜ਼ ਉੱਠੀ, ਐਸਜੀਪੀਸੀ ਨੇ ਗੁਰਬਚਨ ਸਿੰਘ ਜੀ ਵੱਲੋਂ, ਉਸ ਵਕਤ ਦੇ ਅਕਾਲ ਤਖ਼ਤ ਜਥੇਦਾਰ ਵੱਲੋਂ ਇੱਕ ਕਮੇਟੀ ਬਣਾਤੀ। ਕਮੇਟੀ ਦੇ ਵਿੱਚ 3 ਮੈਂਬਰ ਸੀ, ਇੱਕ ਮਹਿਤਾ ਮੇਨ ਸੀ ਰਜਿੰਦਰ ਸਿੰਘ, ਤੇ ਇਹਨੇ ਆ ਕੇ ਲਿਖਤੀ ਰਿਪੋਰਟ ਦੇਤੀ ਵੀ ਉੱਥੇ ਕੋਈ ਗੁਰਦੁਆਰਾ ਟੱਠਾ ਹੀ ਨਹੀਂ। ਅਸੀਂ ਸੰਘਰਸ਼ ਕੀਤਾ, ਗੁਰਦੁਆਰਾ ਅੱਜ ਵੀ ਉੱਥੇ ਬਣਾਇਆ। ਜੇ ਟੱਠਾ ਸੀ ਤਾਂ ਹੀ ਬਣਾਇਆ ਨਾ। ਉਹਨੂੰ ਕੋਲ ਬਿਠਾ ਕੇ ਲੌਂਗੋਵਾਲ ਜੀ ਪ੍ਰੈਸ ਕਾਨਫਰੰਸ ਕਰ ਰਹੇ ਨੇ, ਜਿਹੜਾ ਪਹਿਲਾਂ ਹੀ ਝੂਠ ਬੋਲ ਚੁੱਕਾ ਹੈ, ਇੰਨਾ ਵੱਡਾ ਝੂਠ ਬੋਲ ਚੁੱਕਾ ਹੈ। ਟੱਠੇ ਹੋਏ ਗੁਰਦੁਆਰਿਆਂ ਨੂੰ, ਫਿਰ ਉਸ ਤੋਂ ਬਾਅਦ ਗੁਰਬਚਨ ਸਿੰਘ ਨੇ ਕਿਹਾ ਵੀ ਇਤਿਹਾਸਕ ਗੁਰਦੁਆਰਿਆਂ ਨੂੰ ਛੱਡ ਕੇ ਬਾਕੀ ਗੁਰਦੁਆਰੇ ਢਾਏ ਜਾ ਸਕਦੇ ਨੇ। ਮਤਲਬ ਕਹਿਣ ਤੋਂ ਇਹ ਸਾਰਾ ਕੁਝ ਜਦੋਂ ਹਰਪ੍ਰੀਤ ਸਿੰਘ ਜੀ ਜਿਹੜੇ ਹੁਣ ਪੋਚਾ ਪਾਚੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਮੈਂ ਇੱਕ ਗੱਲ ਇੱਥੇ ਕਰਦਾ, ਇਹ ਅੱਜ ਵਿਸ਼ਾ ਨਹੀਂ ਹੈਗਾ ਜੀ। ਜਦੋਂ ਤੁਸੀਂ ਕਿਸੇ ਵੱਡੇ ਮੁੱਦੇ ਨੂੰ ਆਮ ਮੁੱਦਾ ਬਣਾਉਣਾ ਚਾਹੁੰਦੇ ਹੋ, ਉਹਦੇ ਨਾਲ 2-3 ਮੁੱਦੇ ਹੋਰ ਉਠਾ ਦਿਓ ਜੀ। ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਇੰਨੀ ਕੰਸਨਟ੍ਰੇਸ਼ਨ ਚਾਹੀਦੀ ਹੈ ਜਿੰਨੀ ਕਿਸੇ ਹੋਰ ਤੇ ਨਹੀਂ ਚਾਹੀਦੀ। ਜਥੇਦਾਰ ਜਿਹਨੂੰ ਜਿਹੜਾ ਬਣਾਇਆ ਗਿਆ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਉਸੇ ਦਿਨ ਹੀ ਢੱਡਰੀ ਵਾਲੇ ਦਾ ਮੁੱਦਾ ਵੀ ਨਾਲ ਉਠਾਤਾ ਤੇ ਲੰਗਾਹ ਦਾ ਵੀ ਉਠਾਤਾ। ਕਿਉਂ? ਉਸ ਦਿਨ ਕਿਉਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨਹੀਂ ਹੋਈ? ਦੂਜੇ ਮੁੱਦੇ ਹੈਗੇ ਨੇ, ਉਹ ਕਿਸੇ ਹੋਰ ਦਿਨ ਉਠਾ ਦਿੱਤੇ। ਲੋਕਾਂ ਦਾ ਧਿਆਨ ਡਾਇਵਰਟ ਕਰਨ ਵਾਸਤੇ 3 ਮੁੱਦੇ ਸੀ ਜੀ। ਇੱਕ ਇਹ ਸੀ ਵਿੱਚ, ਇੱਕ ਉੱਥੇ ਛਾਪ ਰਹੇ ਸੀ ਗੁਰੂ ਗ੍ਰੰਥ ਸਾਹਿਬ ਕੈਨੇਡਾ, ਉਹ ਵੀ ਇੱਕ ਉੜੀਸਾ ਦਾ ਕੋਈ ਮਹੰਤ ਗਲਤ ਗੁਰਦੁਆਰਾ ਸਾਹਿਬ ਦੇ ਨਾਂ ਦੀ ਵਰਤੋਂ ਕਰ ਰਿਹਾ ਸੀ, ਉਹ ਵੀ। ਉਹ ਸਾਰੇ ਮੁੱਦੇ ਉਸ ਦਿਨ ਕਿਉਂ ਕੀਤੇ ਗਏ ਨੇ? ਕਿਉਂ? ਕਿਉਂਕਿ ਬਾਦਲ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ ਤੇ ਕੌਮ ਦੀ ਕੰਸਨਟ੍ਰੇਸ਼ਨ ਨਾ ਹੋਵੇ, ਇਹਨੂੰ ਡਾਇਵਰਟ ਕਰੋ, ਇਹਦੇ ਤੇ ਪੋਚਾ ਪੇਚੀ ਫੇਰੋ। ਇਸ ਕਰਕੇ ਹੋਇਆ। ਹੁਣ ਮੈਂ ਅੱਗੇ ਜੋ ਮੈਂ ਫਿਊਚਰ ਬਾਰੇ ਕਹਿਣਾ, ਫਿਊਚਰ ਬਾਰੇ ਇਹ ਹੈ ਕਿ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਵੀ ਇੰਪਲਾਈਆਂ ਦੇ ਨਾਂ ਉਹਨਾਂ ਨੂੰ ਸਸਪੈਂਡ ਕਰਕੇ ਉਹਨਾਂ ਨੂੰ ਕੇਸ ਕਰਾਉਣ ਤੇ ਕੁਝ ਨਹੀਂ ਹੋਣਾ ਜੀ। ਜੇ ਹੋਣਾ ਤਾਂ ਕੋਹਲੀ ਦੀ ਇੰਟੈਰੋਗੇਸ਼ਨ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗਾ ਬੰਦਾ ਕਰੇ ਕਿ ਕਾਕਾ ਤੇਰੀ ਕੀ ਐਸੋਸੀਏਸ਼ਨ ਸੀ, ਤੈਨੂੰ ਕੌਣ ਪ੍ਰੈਸ਼ਰ ਪਾਉਂਦਾ ਸੀ ਕਿ ਤੂੰ ਕੰਮ ਨਹੀਂ ਕਰਦਾ ਸੀ ਤੇ ਤੈਨੂੰ ਕਰੋੜ ਰੁਪਈਆ ਮਿਲ ਜਾਂਦਾ ਸੀ। ਇਹਦੀ ਪੜਤਾਲ ਹੋਵੇ, ਰਿਮਾਂਡ ਲਿੱਤੇ ਜਾਣ ਦੇ। ਦੂਜਾ ਬੰਦਾ ਜਿਸ ਤੇ ਮੈਨੂੰ ਥੋੜੀ ਜਿਹੀ ਆਸ ਹੈ, ਟਾਈਮ ਦੱਸ ਦੂਗਾ, ਉਹ ਹੈ ਚੀਫ ਸੈਕਟਰੀ ਸਾਬਕਾ ਗੁਰਚਰਨ ਸਿੰਘ ਜੀ। ਉਹਨਾਂ ਨੇ ਦੇ ਉੱਤੇ ਜੋ ਦੋਸ਼ ਲੱਗਿਆ, ਉਹਨਾਂ ਨੇ ਕਿਤਾਬ ਵੀ ਲਿਖੀ ਐਸਜੀਪੀਸੀ ਦੇ ਅਗੇਂਸਟ। ਉਹ ਮੈਨੂੰ ਆਸ ਹੈ ਕਿ ਕੁਝ ਤੱਥ ਉਹ ਲੈ ਕੇ ਆਉਣਗੇ, ਬਾਕੀ ਕਿਸੇ ਨੇ ਕੁਝ ਨਹੀਂ ਕਰਨਾ। ਕਿਉਂਕਿ 3 ਲੱਖ ਦੇ ਕਹਿੰਦੇ ਸੀ, ਜਿਹਨਾਂ ਨੂੰ 3 ਲੱਖ ਕਹਿੰਦੇ ਸੀ, ਫਿਰ ਉਹ 1 ਲੱਖ ਲੈਂਦੇ ਸੀ ਜਾਂ ਜੋ ਵੀ ਆ, ਉਹ ਇੱਕ ਇਸ਼ੂ ਹੈ ਜ਼ਰੂਰ ਕੌਮ ਦੇ ਸਾਹਮਣੇ, ਪਰ ਉਹ ਅੱਡ ਹੈ। ਜਿੱਥੋਂ ਤੱਕ ਜਦੋਂ ਮੈਂ ਇਹ ਗੱਲ ਬਾਰ-ਬਾਰ ਕਿਉਂ ਕਹਿਣਾ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਆਊਗੀ ਨਾ, ਉਦੋਂ ਸਾਰੀਆਂ ਗੱਲਾਂ ਛੋਟੀਆਂ ਹੋ ਜਾਣਗੀਆਂ। ਮੈਂ ਤਾਂ ਇਹ ਕਹਿਣਾ ਕਿ ਗੁਰੂ ਨਾਨਕ ਦੇ ਜਨਮ ਦੇ ਸਾਲ ਤੋਂ ਲੈ ਕੇ ਸਾਡੇ ਪੈਗੰਬਰ ਜਾਂ ਸਾਡੇ ਧਰਮ ਦੇ ਸ਼ੁਰੂ ਹੋਣ ਦੇ ਸਾਲ ਤੋਂ ਲੈ ਕੇ ਅੱਜ ਦੀ ਘੜੀ ਜਦੋਂ ਆਪਾਂ ਗੱਲ ਕਰ ਰਹੇ ਹਾਂ, ਜੇ ਸਿੱਖਾਂ ਤੇ ਸਭ ਤੋਂ ਵੱਡਾ ਹਮਲਾ ਹੋਇਆ ਹੈ ਤਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਐਸਜੀਪੀਸੀ ਵੱਲੋਂ ਸਿੱਖਾਂ ਵੱਲੋਂ ਗੁੰਮ ਕਰਨ ਦੀ ਜਿਹੜੀ ਗੱਲ ਹੋਈ ਹੈ। ਪਹਿਲਾਂ ਜੋ ਹੋਇਆ ਹੈ ਜੀ, ਉਹ ਹੋਇਆ ਗੈਰ ਸਿੱਖਾਂ ਵੱਲੋਂ। ਜੇ ਅਬਦਾਲੀ ਨੇ ਹਮਲਾ ਕੀਤਾ, ਜੇ ਬਾਬਰ ਨੇ ਹਮਲਾ ਕੀਤਾ, ਜੇ ਔਰੰਗਜ਼ੇਬ ਨੇ ਕੀਤਾ, ਜੇ ਜਹਾਂਗੀਰ ਨੇ ਕੀਤਾ, ਜੇ ਫਰਖਸ਼ੀਰ ਨੇ ਕੀਤਾ, ਜੇ ਇੰਦਰਾ ਗਾਂਧੀ ਨੇ ਕੀਤਾ, ਉਹ ਸਾਰੇ ਗੈਰ ਸਿੱਖ ਸੀ। ਪਰ ਇਹ ਬਾਦਲ, ਜੁੰਡਲੀ, ਐਸਜੀਪੀਸੀ ਗੈਰ ਸਿੱਖ ਨਹੀਂ ਸੀ।
ਜਾਂ ਐ ਕਹਿ ਲਓ ਵੀ ਹੁਣ ਸਾਨੂੰ ਮੰਨਣਾ ਪਏਗਾ ਕਿ ਇਹ ਵੀ ਗੈਰ ਸਿੱਖ ਨੇ। ਇਸ ਲਈ ਮੈਂ ਕਹਿੰਦਾ ਕਿ ਸਾਰਾ ਕੁਝ ਇਹਨਾਂ ਦੀ ਛਤਰ ਛਾਇਆ ਹੇਠ ਹੋ ਰਿਹਾ। ਟਿਕਟਾਂ ਇਹ ਵੰਡਦੇ ਨੇ SGPC ਦੀ, ਪ੍ਰਧਾਨ ਇਹ ਬਣਾਉਂਦੇ ਨੇ, ਫੈਸਲੇ ਇਹਨਾਂ ਦੇ ਕਹੇ ਤੇ ਉਹ ਕਰਦੇ ਨੇ, ਫਿਰ ਇਹ ਬਾਹਰ ਕਿਵੇਂ ਰੱਖਦੇ? ਕੌਮ ਕਿਉਂ ਨਹੀਂ ਸੋਚਦੀ ਇਹ ਗੱਲ? ਜਾਂ ਅੱਜ ਤੋਂ ਬਾਅਦ ਬਿਲਕੁਲ ਚੰਬੜ ਕੇ ਪੈ ਜਾਵੇ, ਜਿਵੇਂ ਕਿਸਾਨਾਂ ਨੇ ਕਿਹਾ ਨਾ ਵੀ ਇੱਥੇ ਅਸੀਂ BJP ਨੂੰ ਤੇ ਬਾਦਲ ਅੰਦਰ ਨਹੀਂ ਆਉਣ ਦੇ। ਉਹਨਾਂ ਦਾ ਮੁੱਦਾ ਹੋਰ ਹੈ, ਉਹਨਾਂ ਦਾ ਮੁੱਦਾ ਹੈਗਾ ਵੀ ਕਿਸਾਨ ਵਿਰੋਧੀ ਫੈਸਲੇ ਹੋਏ ਨੇ ਜਿਹੜੇ BJP ਤੇ। ਸਾਡਾ ਮੁੱਦਾ ਗੁਰੂ ਗ੍ਰੰਥ ਸਾਹਿਬ ਹੈ। ਹੁਣ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਨਾ ਵੜਨ ਦਈਏ, ਸ਼ਹਿਰਾਂ ਵਿੱਚ ਨਾ ਵੜਨ ਦਈਏ ਤੇ ਇਹਨਾਂ ਦੇ ਪ੍ਰੋਗਰਾਮ ਨਾ ਹੋਣ ਦਈਏ। ਤਾਂ ਪਤਾ ਲੱਗੂਗਾ ਸਾਰੀ ਦੁਨੀਆ ਦੇ ਵਿੱਚ ਵੀ ਕੌਮ ਦੀ ਚੇਤਨਤਾ ਵੱਡੇ ਘੱਲੂਘਾਰੇ ਦੇ ਗੱਡੇ ਵਾਲੀ ਅੱਜ ਵੀ ਹੈ। ਜੇ ਨਹੀਂ ਹੋਏਗੀ ਤਾਂ ਅੱਜ ਮੰਨ ਲਓ, ਕੱਲ ਮੰਨ ਲਓ ਅਸੀਂ ਬੋਲਦੇ ਬੋਲਦੇ ਮਰ ਜਾਾਂਗੇ, ਪਰ ਕੌਮ ਦੀ ਸਿੱਖੀ ਨੂੰ ਬਚਾਉਣਾ ਇਹਨਾਂ ਲੋਕਾਂ ਨਾਲ ਦੇ ਹੁੰਦਿਆਂ ਇੱਕ ਕਿਸਮ ਦਾ ਅਸੰਭਵ ਹੋ ਜਾਊਗਾ। ਬੇਸ਼ੱਕ ਮੈਂ ਇਹ ਗੱਲ ਮੰਨਦਾ, ਮੈਨੂੰ ਕਹਿਣਗੇ ਵੀ ਸਾਰੇ ਵੀ ਜਿਹੜੀ ਚੀਜ਼ ਪੈਗੰਬਰ ਨੇ ਪੈਦਾ ਕੀਤੀ ਪੈਗੰਬਰ ਆਪ ਦੇਖੇਗਾ, ਪਰ ਪੈਗੰਬਰ ਨੇ ਸਾਨੂੰ ਕਰਨ ਲਈ ਕਿਹਾ ਜੀ। ਜਿਹੜਾ ਕਰਨ ਲਈ ਕਿਹਾ, ਜੋ ਅਸੀਂ ਉਹ ਨਹੀਂ ਕਰਾਂਗੇ ਤਾਂ ਫਿਰ ਇਹਦੇ 'ਚ ਪੈਗੰਬਰ ਕੀ ਕਰਨਗੇ? ਤੇ ਦੂਜੇ ਉਹਨਾਂ ਤਾਂ ਸਾਨੂੰ ਸਿਖਾਤਾ। ਜੇ ਹਾਥ ਦੀਪ ਕੂਏ ਪਰੇ ਤਾਂ ਫਿਰ ਕਾਹੇ ਕੀ ਕੁਸਲਾਤ? ਜੇ ਸਾਡੇ ਹੱਥ 'ਚ ਦੀਵਾ ਫੜਾ ਗਏ ਮਹਾਰਾਜ ਵੀ ਆਪ ਕਰੋ, ਜੇ ਅਸੀਂ ਉਹ ਦੀਵਾ ਫੜ ਕੇ ਵੀ ਖੂਹ ਦੇ ਵਿੱਚ ਛਾਲਾਂ ਮਾਰਾਂਗੇ ਤਾਂ ਫਿਰ ਪੈਗੰਬਰ ਕਹੇਗਾ ਮੈਂ ਤਾਂ ਤੁਹਾਨੂੰ ਸਿਖਾਤਾ ਸੀ, ਮੈਂ ਤਾਂ ਸਿਖਾਤਾ ਸੀ ਬੰਦਾ ਸਿੰਘ ਬਹਾਦਰ ਨੂੰ, ਤੇ ਬੰਦਾ ਸਿੰਘ ਬਹਾਦਰ ਨੇ ਕਰਕੇ ਦਿਖਾਇਆ। ਉਹ ਵੀ ਤਾਂ ਤੁਹਾਡੇ ਵਰਗਾ ਮੇਰਾ ਸਿੱਖ ਹੀ ਸੀ, ਜਿਹਨੇ ਆਪਣੇ ਪੁੱਤਰ ਦਾ ਕਾਲਜਾ ਵੀ ਆਪਣੇ, ਜੇ ਉਹ ਕਹਿੰਦਾ ਵੀ ਠੀਕ ਆ ਪੈਗੰਬਰ ਆਪੇ ਕਰ ਲੇਗਾ ਨਾ, ਪੈਗੰਬਰ ਸਾਨੂੰ ਇਹੀ ਸਿਖਾ ਕੇ ਗਿਆ ਆਪਣੀਆਂ ਸ਼ਹਾਦਤਾਂ ਦੇ ਕੇ ਕਿ ਤੁਸੀਂ ਕਰਨਾ ਪੁੱਤਰੋ, ਤਾਂ ਹੀ ਮੇਰੇ ਰੂਪ ਖਾਸ ਹੋ, ਤਾਂ ਹੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ। ਇਹ ਸਾਡਾ ਪੈਗੰਬਰ ਸਾਨੂੰ ਸੁਨੇਹਾ ਦੇ ਕੇ ਗਿਆ ਵੀ ਮੈਂ ਇੱਕ ਸੋਚ ਦੇ ਉੱਤੋਂ ਆਪਣੇ ਚਾਰੇ ਪੁੱਤਰ ਵਾਰੇ ਨੇ। ਕੀ ਹੋ ਗਿਆ ਮੇਰੇ ਚਾਰ ਚਲੇ ਗਏ? ਆ ਜਿਹੜੇ ਸਾਰੇ ਉਹ ਸਾਰੇ ਕੌਣ ਨੇ ਜੀ? ਉਹ ਸਾਰੇ ਉਹ ਚੇਤਨਤਾ ਹੈ, ਉਹ ਚੇਤਨਤਾ ਨੂੰ ਮੰਨਣ ਵਾਲੇ ਲੋਕ ਨੇ। ਜੇ ਅਸੀਂ ਚੇਤਨਤਾ ਨੂੰ ਸਵੀਕਾਰ ਕਰਕੇ ਉਹਦੇ ਤੇ ਅਮਲ ਕਰਨ ਦੀ ਬਜਾਏ ਲਥਾਰਜਕ ਹੋ ਕੇ ਸਮੇਰ ਪਰਬਤ ਦੇ ਪਹਾੜਾਂ ਤੇ ਬੈਠ ਜਾਾਂਗੇ ਜਾਂ ਭੋਰਿਆਂ 'ਚ ਬੈਠ ਜਾਾਂਗੇ ਤਾਂ ਸਾਨੂੰ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦਾ ਸਿੱਖ ਕਿਸੇ ਨੇ ਨਹੀਂ ਮੰਨਣਾ। ਇਹੀ ਸਾਡਾ ਦੁਸ਼ਮਣ ਚਾਹੁੰਦਾ ਹੈ। ਇਸੇ ਦੇ ਹੱਥ ਠੋਕੇ ਬਾਦਲ ਹੋਣੀ ਅੱਜ ਬਣੇ ਹੋਏ ਨੇ, ਤੇ ਜੇਕਰ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਸਾਨੂੰ ਜੋ ਸਾਡਾ ਦੁਸ਼ਮਣ ਚਾਹੁੰਦਾ ਹੈ। ਅੱਜ ਵੀ ਲਿਖਿਆ ਜਾਂਦਾ ਹੈ ਜੈਨ ਮੰਦਰ, ਮਾਫ ਕਰਿਓ, ਅੱਜ ਵੀ ਲਿਖਿਆ ਬੋਧੀ ਮੰਦਰ, ਇੰਡੀਆ ਦੀ ਗੱਲ ਕਰਦਾ, ਬਾਹਰਲੇ ਦੇਸ਼ੇ ਬੁੱਧ ਧਰਮ ਹੈ, ਪਰ ਉਹਨਾਂ ਦੀ ਰਹਿਣੀ ਸਹਿਣੀ ਸਾਰੀ ਵਿਪਰਵਾਦ ਵਾਲੀ ਹੈ। ਉਸੇ ਤਰ੍ਹਾਂ ਦੀ ਉਹ ਸਾਡੀ ਬਣਾਉਣਾ ਚਾਹੁੰਦੇ। ਤਾਂ ਹੀ ਇਕਬਾਲ ਸਿੰਘ ਤੋਂ ਬੁਲਾਇਆ ਗਿਆ ਕਿ ਇਹ ਲਵ ਕੁਸ਼ ਦੀ ਔਲਾਦ ਹੈ ਜੀ। ਤਾਂ ਹੀ ਮੋਦੀ ਨੇ ਜਾਣ ਕੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਰਾਮਾਇਣ ਲਿਖੀ ਹੈ ਜੀ। ਇਹ ਸਾਰਾ ਕੁਝ ਜੁੜਿਆ ਹੋਇਆ ਹੈ। ਸੋ ਕਦੇ ਜ਼ਰੂਰ ਟਾਈਮ ਦਿਓ, ਕਿਤੇ ਲੰਬਾ ਬੈਠੀਏ ਜੀ। ਜਿਹੜੀਆਂ ਗੱਲਾਂ ਮੈਂ ਇਸ਼ਾਰੇ ਮਾਤਰ ਕਰ ਰਿਹਾ ਸਾਰਾ, ਪਰ ਕੌਮ ਸਭ ਸਮਝਦੀ ਹੈ। ਜਿੰਨਾ ਕਿ ਇਤਿਹਾਸ ਮੈਂ ਪੜ੍ਹਿਆ ਉਸ ਤੋਂ ਬਾਅਦ ਕੌਮ ਨੇ ਵੀ ਪੜ੍ਹਿਆ ਹੋਇਆ। ਸਿਰਫ ਮੈਂ ਉਸ ਚੇਤਨਤਾ ਨੂੰ ਜਿੰਦਾ ਰੱਖਣਾ ਚਾਹੁੰਦਾ, ਜਿਹੜੀ ਚੇਤਨਤਾ ਮੇਰੇ ਪੈਗੰਬਰ ਆਪਣੇ ਪਰਿਵਾਰਾਂ ਦੀਆਂ ਸ਼ਹਾਦਤਾਂ ਦੇ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਚੇਤੰਨ ਕਰਕੇ ਗਏ ਨੇ। ਉਸ ਚੇਤਨਤਾ ਨਾਲ ਜੁੜੇ ਰਹਿਣ ਦਾ ਨਾਂ ਹੀ ਸਿੱਖੀ ਹੈ। ਕਿਸੇ ਪਾਰਟੀ ਨਾਲ ਖਲੋਵੋ ਨਾ ਖਲੋਵੋ, ਪਰ ਘੱਟੋ ਘੱਟ ਆਪਣੇ ਗੁਰੂ ਵਾਲੇ ਪਾਸੇ ਤੇ ਖਲੋਵੋ। ਬਿਲਕੁਲ ਜੀ। ਪਾਰਟੀ ਮੇਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਧਿਆਨ ਜਿਹੜੀ ਨੂੰ ਪਾਸੇ ਕਰ ਦਿਓ। ਪਾਰਟੀ ਮੇਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਪਰ ਮੈਂ ਇਹ ਕਹਿਣਾ ਕਿ ਕੱਲ ਹਰਪ੍ਰੀਤ ਸਿੰਘ ਇੱਕ ਇੰਟਰਵਿਊ ਦੇ ਰਹੇ ਸੀ, ਮੈਂ ਸਿਰਫ ਉਦਾਹਰਨ ਦਿੰਦਾ। ਉਹਦੇ ਵਿੱਚ ਜਦੋਂ ਗੱਲ ਪੰਨੂ ਦੇ 2020 ਤੇ ਆਈ ਤਾਂ ਹਰਪ੍ਰੀਤ ਸਿੰਘ ਦਾ ਕੀ ਜਵਾਬ ਸੀ ਗਿਆਨੀ ਜੀ ਦਾ? ਗਿਆਨੀ ਜੀ ਨੇ ਇਹ ਜਵਾਬ ਇਸ ਤਰ੍ਹਾਂ ਦਿੱਤਾ ਕਿ ਉਹਨਾਂ ਦਾ ਕੋਈ ਵਜੂਦ ਨਹੀਂ ਹੈ, ਪਰ ਨਾਲ ਹੀ ਉਹਨਾਂ ਨੇ ਕੀ ਕਿਹਾ? ਨਾਲ ਹੀ ਕਿਹਾ ਵੀ ਯਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿੰਨੇ ਲੰਮੇ ਸਮੇਂ ਤੋਂ ਖਾਲਿਸਤਾਨ ਦੇ ਉੱਤੇ ਗੰਭੀਰਤਾ ਨਾਲ ਸੰਘਰਸ਼ ਕਰ ਰਹੇ ਨੇ, ਇਹ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕੱਲ, ਉਹਨਾਂ ਦਾ ਵੀ ਸਹਿਯੋਗ ਨਹੀਂ ਲੈ ਸਕੇ। ਮੈਂ ਇਸ ਗੱਲ ਤੇ ਨਹੀਂ ਜਾਂਦਾ, ਮੈਂ ਇਸ ਗੱਲ ਤੇ ਜਾਣਾ ਕਿ ਸਾਡੀ ਪਾਰਟੀ ਨੂੰ ਮੰਨਿਆ ਜਾਂਦਾ ਕਿ ਇਹ ਖਾਲਿਸਤਾਨ ਦੇ ਪ੍ਰਤੀ ਬੜੇ ਸੁਹਿਰਦ ਨੇ। ਉਸੇ ਤਰ੍ਹਾਂ ਅੱਜ ਮੈਂ ਇੱਥੇ ਐਲਾਨ ਕਰਕੇ ਜਾਣਾ, ਮੈਂ ਆਪਣੀ ਪਾਰਟੀ ਦੇ ਵਿੱਚ ਏਜੰਡਾ ਰੱਖੂੰਗਾ, ਜਿੰਨੇ ਗੰਭੀਰ ਅਸੀਂ ਖਾਲਿਸਤਾਨ ਤੇ ਹਾਂ ਉਨੇ ਗੰਭੀਰ ਸਾਨੂੰ ਇਸ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਤੇ ਹੋਣਾ ਸਾਡਾ ਇੱਕ ਇਖਲਾਕੀ ਤੇ ਕੌਮੀ ਫਰਜ਼ ਹੈ। ਤੇ ਆਉਣ ਵਾਲਾ ਟਾਈਮ ਇਹ ਦੇਖੇ ਕਿ ਜੇ ਹੋਰ ਕਿਸੇ ਨੇ ਕੀਤਾ ਸੀ ਨਹੀਂ ਕੀਤਾ ਸੀ, ਸ਼੍ਰੋਮਣੀ ਅਕਾਲੀ ਦਲ ਨੇ ਐਜ਼ ਏ ਸਿੱਖ ਆਪਣਾ ਫਰਜ਼ ਸਮਝ ਕੇ ਖਾਲਿਸਤਾਨ ਦੇ ਮੁੱਦੇ ਤੋਂ ਵੀ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ ਨੂੰ ਆਪਣਾ ਆਪਾ ਨਿਛਾਵਰ ਕੀਤਾ। ਬਿਲਕੁਲ, ਤੁਸੀਂ ਬੜੇ ਸੋਹਣੇ ਢੰਗ ਦੇ ਵਿੱਚ ਅੰਦਾਜ਼ ਦੇ ਵਿੱਚ ਗੱਲ ਕੀਤੀ ਕਿ ਮੁਲਾਜ਼ਮਾਂ ਦੀ ਬਲੀ ਦੇ ਕੇ ਬਿਲਕੁਲ ਬਾਦਲਕਿਆਂ ਤੋਂ ਤੇ SGPC ਤੋਂ ਇਹ ਕਲੰਕ ਧੋਤਾ ਜਾਏਗਾ।
ਬਿਲਕੁਲ ਇਹ ਗੱਲ ਬਿਲਕੁਲ ਤੁਸੀਂ ਤੁਹਾਡੇ ਮਾਧਿਅਮ ਰਾਹੀਂ ਮੈਂ ਦੁਨੀਆ ਨੂੰ ਸਪਸ਼ਟ ਕਰਨਾ ਚਾਹੁੰਦਾ, ਮੁਲਾਜ਼ਮ ਸਕੱਤਰ ਨੇ, ਸਟੋਰ ਕੀਪਰ ਨੇ, ਪ੍ਰਿੰਟਿੰਗ ਅਫੀਸਰ ਨੇ, ਜੋ ਵੀ ਨੇ ਉਹਨਾਂ ਦੀ ਅਹੁਦੇ ਦਿੱਤੇ ਹੋਏ ਨੇ, ਜਾਂ ਬਾਠ ਸਾਹਿਬ ਸੀ ਪਹਿਲਾਂ ਜਾਂ ਕੋਈ ਸੀ, ਇੱਕ ਕੁਲਵੰਤ ਸਿੰਘ ਰੰਧਾਵਾ ਪਹਿਲਾਂ ਕਦੇ ਸਕੱਤਰ ਰਹੇ ਨੇ, ਸਾਬਕਾ ਨੇ ਅੱਜ ਕੱਲ੍ਹ, ਉਹਨੇ 2 ਕਿਤਾਬਾਂ ਲਿਖੀਆਂ ਨੇ, ਉਹ ਹਰ ਸਿੱਖ ਪੜ੍ਹੇ। ਉਸ ਤੋਂ ਬਿਨਾਂ ਇਹ ਮੁਲਾਜ਼ਮ ਵਿਚਾਰੇ ਜਿਸ ਤਰ੍ਹਾਂ ਇਹ ਲਗਾਏ ਜਾਂਦੇ ਨੇ, ਜਿਸ ਤਰ੍ਹਾਂ ਇਹਨਾਂ ਨੂੰ ਸਿਖਾਇਆ ਜਾਂਦਾ, ਇਹ ਤਾਂ ਉਹੀ ਕੁਝ ਕਰ ਰਹੇ ਨੇ ਜੋ ਇਹਨਾਂ ਨੇ ਕੀਤਾ। ਮੰਨ ਲਓ ਉਹ ਪ੍ਰਧਾਨਾਂ ਨੇ ਕੀਤਾ, ਮੰਨ ਲਓ ਉਹ ਬਾਦਲਾਂ ਨੇ ਕਰਵਾਇਆ, ਫਿਰ ਤਾਂ ਹੈ ਕੋਈ ਨਿਰਣਾ ਹੋਣ ਦੀ ਆਸ। ਜੇ ਕਿਤੇ ਕਹੋ ਕਿ ਇਹ ਵੀ ਕੀਤਾ DGP ਨੇ ਹੋਵੇ ਤੇ ਸਸਪੈਂਡ ਸਿਪਾਹੀ ਕਰਕੇ ਕਹੋ ਗੱਲ ਪੂਰੀ ਹੋ ਗਈ, ਉਹ ਨਹੀਂ ਹੋਏਗਾ ਜੀ। ਕੌਮ ਨਹੀਂ ਮੰਨੂਗੀ। ਕੌਮ ਔਰੰਗਜ਼ੇਬ ਨੂੰ ਅੱਜ ਵੀ ਦੋਸ਼ੀ ਮੰਨਦੀ ਹੈ। ਕੀ ਕਿਸੇ ਅਦਾਲਤ ਨੇ ਉਹਨੂੰ ਦੋਸ਼ੀ ਠਹਿਰਾਇਆ? ਅਦਾਲਤ ਹੋ ਸਕਦਾ ਹੈ ਲੰਬੇ ਸਮੇਂ ਤੱਕ ਬਾਦਲ ਨੂੰ ਦੋਸ਼ੀ ਨਾ ਠਹਿਰਾਵੇ, ਪਰ ਸਿੱਖ ਕੌਮ ਦੀ ਮਾਨਸਿਕਤਾ ਦੇ ਵਿੱਚ ਉਹ ਦੋਸ਼ੀ ਹੈ। ਹਾਲਾਤ ਦੱਸਦੇ ਨੇ ਇਹ ਕੋਹਲੀ ਜਿਹੜਾ ਹੈ, ਇਹੀ ਕਦੇ ਸਮਾਂ ਆਊਗਾ। ਮੈਂ ਤੁਹਾਨੂੰ ਇਹ ਵੀ ਗੱਲ ਕਹਿਣਾ ਕਿ ਅੱਜ ਹਾਲਾਤ ਇਹੋ ਜਿਹੇ ਬਣ ਗਏ ਕਿ ਸੁਖਬੀਰ ਸਿੰਘ ਬਾਦਲ ਨੇ ਆਪਣਾ ਸਭ ਤੋਂ ਨੇੜਲੇ ਵਾਲਾ ਸਾਥੀ ਝਟਕਾ ਕੇ ਕੋਹਲੀ ਸੋਚਿਆ ਕਿ ਸ਼ਾਇਦ ਮੈਂ ਬਰੀ ਹੋ ਜਾਵਾਂਗਾ, ਪਰ ਇਹ ਬਰੀ ਹੁੰਦਾ ਨਹੀਂ। ਇਸੇ ਤਰ੍ਹਾਂ ਕਦੇ ਮੋਦੀ ਜਾਂ ਕੋਈ ਹੋਰ ਮੋਦੀ ਜਿਹੜਾ ਇਸ ਸੀਟ ਤੇ ਬੈਠੂਗਾ, ਜਿਹਦੇ ਨਾਲ ਰਲ ਕੇ ਇਹਨਾਂ ਨੇ ਸਿੱਖੀ ਦਾ ਘਾਣ ਕੀਤਾ, ਜਿਸ ਸੋਚ ਨਾਲ ਰਲ ਕੇ ਬਾਦਲਾਂ ਨੇ, ਉਹ ਇਹਨਾਂ ਨੂੰ ਕੋਹਲੀ ਵਾਂਗ ਝਟਕ ਕੇ ਇਸ ਦੁਨੀਆ ਸਾਹਮਣੇ ਲਿਆਉਣਗੇ ਵੀ ਇਹ ਬੇਈਮਾਨ ਨੇ ਜੀ। ਜਿਵੇਂ ਅੱਜ ਇਹ ਕਹਿੰਦੇ ਕੋਹਲੀ ਬੇਈਮਾਨ ਸੀ, ਇਦਾਂ ਸਿਸਟਮ ਵਿਪਰਵਾਦ ਜਿਹੜੇ। ਪਰ ਤੁਹਾਨੂੰ ਲੱਗਦਾ, ਤੁਹਾਨੂੰ ਵਿਸ਼ਵਾਸ ਹੈ ਕਿ ਜਿਹੜੀ ਪੜਤਾਲ ਹੋਈ ਹੈ ਬਿਲਕੁਲ ਸਹੀ ਹੋਈ ਹੈ? ਪੜਤਾਲ ਸਹੀ ਹੋਣ ਦਾ ਪਹਿਲਾ ਸਟੈਪ ਹੈ। 267 ਤੋਂ 328, 328 ਤੋਂ 453, 453 ਤੋਂ 500 ਪਲੱਸ ਸਵਰੂਪ ਲੱਗਦਾ ਪਿਆ ਵੀ ਪੜਤਾਲ ਬਿਲਕੁਲ ਸਹੀ ਹੋਵੇਗੀ। ਜੇ ਪੜਤਾਲ ਸਹੀ ਹੁੰਦੀ, ਜਿਹੜੇ ਮੁਲਾਜ਼ਮ ਨੇ, ਮੈਂ ਖੁਦ SGPC ਦੇ ਵਿੱਚ ਰਿਖਾਵਾਂ 3 ਸਾਲ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਨੇ, ਉੱਥੇ ਸਾਬਣ ਦੀ ਇੱਕ ਟਿੱਕੀ ਵੀ ਸਟੋਰ ਕੀਪਰ ਕੋਲ ਲੈਣੀ, ਉਹ ਪ੍ਰੋਸੈਸ ਦੇ ਤਹਿਤ ਜਾਂਦੀ ਹੈ, ਤੇ ਜਾਂ ਮੈਨੇਜਰ ਸਿੱਧਾ ਕਹਿ ਦੇਵੇ ਵੀ ਹਾਂਜੀ ਕੋਈ ਗੱਲ ਨਹੀਂ, ਤੁਸੀਂ ਇਹਨਾਂ ਨੂੰ ਆਸਮਾਨ ਦੇ ਦਿਓ, ਉਹ ਤਾਂ ਦਿੱਤਾ ਜਾ ਸਕਦਾ, ਉਹ ਵੀ ਕਿਸੇ ਖਾਤੇ 'ਚ ਪਾਉਂਦਾ ਹੋਊਗਾ, ਕਿਸੇ ਖਾਤੇ ਦੇ ਵਿੱਚ ਪਾਇਆ ਜਾਂਦਾ ਹੈ। ਕੀ ਇਹ ਅੰਡਰ ਪ੍ਰੈਸ਼ਰ ਕੰਮ ਨਾ ਹੋਏ ਹੋਣਗੇ? ਕੀ ਇਹਦੇ ਵਿੱਚ SGPC ਮੈਂਬਰਾਂ ਦਾ ਨਾਮ ਨਹੀਂ ਆਉਂਦਾ ਪਿਆ? ਮੈਂ ਇਸ ਜਾਂਚ ਬਾਰੇ ਸਿਰਫ ਇੰਨਾ ਕਹਿਣਾ, ਹਾਲੇ ਤਾਂ ਪਹਿਲੀ ਗੱਲ ਤਾਂ ਮੈਂ ਜਿੱਥੋਂ ਸ਼ੁਰੂ ਕੀਤੀ ਸੀ, ਜਾਂਚ ਜਨਤਕ ਨਹੀਂ ਹੋਈ ਹੈ। ਅਸੀਂ ਕਿਵੇਂ ਮੰਨ ਲਈਏ ਵੀ ਜੋ ਲੌਂਗੋਵਾਲ ਨੇ ਕਿਹਾ ਜਾਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਉਹ ਠੀਕ ਹੈ? ਪਹਿਲਾਂ ਤਾਂ ਇੱਥੇ ਸਵਾਲ ਹੈ। ਚਲੋ ਕੱਲ ਜਨਤਕ ਵੀ ਹੋ ਜਾਂਦੀ ਹੈ, ਜੇ RTI 'ਚੋਂ ਆ ਜਾਂਦੀ ਹੈ, ਕਿਸ ਤਰੀਕੇ ਆ ਜਾਂਦੀ ਹੈ। ਮੈਂ ਕਹਿੰਦਾ ਵੀ ਜਿੰਨਾ ਅੱਜ ਤੱਕ ਪਿਛਲੇ 40 ਸਾਲ ਦਾ ਬਾਦਲਾਂ ਦਾ ਪ੍ਰਭਾਵ ਚੱਲ ਰਿਹਾ SGPC ਤੇ, ਇਹਨਾਂ ਸਮਿਆਂ ਦੌਰਾਨ ਜਿੰਨੀਆਂ ਜਾਂਚਾਂ ਹੋਈਆਂ ਨੇ ਉਹਨਾਂ 'ਚੋਂ ਇਹ ਵਧੀਆ ਹੈ। ਉਹ ਕਿਉਂ ਕਿ ਜਿਹੜਾ ਅੱਜ ਰਾਜਾ ਹੈ SGPC ਦਾ ਪ੍ਰਬੰਧ ਦਾ, ਉਹ ਹੈ ਸੁਖਬੀਰ ਦਾ ਨੇੜਲਾ ਬੰਦਾ ਝਟਕਾਇਆ ਜਾਂਦਾ ਵੀ ਇਹਦਾ ਮਤਲਬ ਬਹੁਤ ਹੀ ਗੰਭੀਰ ਮਸਲਾ ਹੈ ਜੀ। ਇਹ ਗੱਲ ਜਾਂਚ ਨੇ ਸਾਹਮਣੇ ਲਿਆਂਦੀ ਹੈ ਤੇ ਅੱਗੇ ਇਹ ਜਾਂਚ ਤਾਂ ਇੱਕ ਸਟੈਪ ਹੈ ਜੀ। ਹਜੇ ਤਾਂ ਬਹੁਤ ਪੌੜੀਆਂ ਪਈਆਂ ਨੇ ਇਸ ਗੱਲ ਨੂੰ ਕਿਉਂਕਿ ਸਿੱਖ ਕੀ ਜਾਣ। ਹੁਣ ਕਹਿੰਦੇ ਵੀ 7.5 ਕਰੋੜ ਰੁਪਏ ਜਮ੍ਹਾਂ ਕਰਾ ਦੇ। ਮੈਂ ਇੱਥੇ ਆਉਣਾ ਚਾਹੁੰਦਾ, 7.5 ਕਰੋੜ ਰੁਪਈਆ ਕੌਮ ਵਾਸਤੇ ਕੀ ਚੀਜ਼ ਹੈ? ਕੁਝ ਵੀ ਨਹੀਂ ਹੈ। ਅੱਜ ਲੌਂਗੋਵਾਲ ਜਾਂ ਗਿਆਨੀ ਹਰਪ੍ਰੀਤ ਸਿੰਘ ਇਹ ਗੱਲ ਕਹਿ ਦੇਣ ਕਿ ਅਸੀਂ ਤੁਹਾਨੂੰ ਦੱਸਦੇ ਹਾਂ ਹੁਣੇ, ਇਹਨਾਂ ਨੂੰ ਪਤਾ ਹੈ ਕਿ ਸਰੂਪ ਕਿੱਥੇ ਕਿੱਥੇ ਪਹੁੰਚਾਏ ਗਏ ਨੇ, ਕਿਹਦੇ ਵੱਲੋਂ ਪਹੁੰਚਾਏ ਗਏ ਨੇ, ਉਹਨਾਂ ਦਾ ਅੱਗੇ ਹਸ਼ਰ ਕੀ ਹੋਇਆ। ਜੇ ਅੱਜ ਕਹਿ ਦੇਣ ਵੀ 1 ਘੰਟੇ 'ਚ ਆਨਲਾਈਨ, ਮੈਂ ਕਹਿੰਦਾ 700 ਕਰੋੜ ਰੁਪਈਆ ਕੌਮ ਇਹਨਾਂ ਦੇ ਦੂਗੀ। ਉਹ ਜਾਣਨਾ ਚਾਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿੱਥੇ ਗਏ ਨੇ। ਉਹ ਪੈਸੇ ਨਾਲ ਨਹੀਂ ਸੰਤੁਸ਼ਟ ਹੁੰਦੀ ਕੌਮ। ਜਿਹੜੀ ਅਰਬਾਂ ਰੁਪਏ ਦੀਆਂ ਬਿਲਡਿੰਗਾਂ ਤੇ ਲੰਗਰ ਵਰਤਾ ਰਹੀ ਹੈ ਨਾ ਕੌਮ, ਉਹ ਗੁਰੂ ਕਰਕੇ ਵਰਤਾ ਰਹੀ ਹੈ। ਉਹ ਕਿਸੇ ਲੌਂਗੋਵਾਲ, ਕਿਸੇ ਗਿਆਨੀ ਹਰਪ੍ਰੀਤ ਸਿੰਘ ਜਾਂ ਕਿਸੇ ਸਿਮਰਨਜੀਤ ਸਿੰਘ ਮਾਨ ਜਾਂ ਕਿਸੇ ਕਰਕੇ ਨਹੀਂ, ਉਹ ਗੁਰੂ ਗ੍ਰੰਥ ਸਾਹਿਬ ਕਰੇ। ਮੇਰਾ ਮਾਨ, ਅਸੀਂ ਸਾਰੇ ਜੇ ਕੁਝ ਰੱਤੀ ਪਰ ਹਾਂ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਹਾਂ। ਜੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਤੁਸੀਂ ਚੁੱਪ ਕਰ ਜਾਓ ਤੇ ਉਹ ਕਾਗਜ਼ ਇੰਨੇ ਲੈ ਲੇ ਜੀ, ਉਹ ਪ੍ਰਿੰਟਿੰਗ ਇੰਨੀ ਹੋ ਗਈ ਜੀ, ਉਹ ਆਡਿਟ ਨਹੀਂ ਹੋਇਆ ਜੀ, ਉਹ 7 ਕਰੋੜ ਜਮ੍ਹਾਂ ਕਰਾ ਦੇ, ਇਹਦੇ ਨਾਲ ਕੋਈ ਸੰਤੁਸ਼ਟੀ ਨਹੀਂ ਹੋਣੀ। ਸੰਤੁਸ਼ਟੀ ਉਸ ਦਿਨ ਹੋਏਗੀ ਜਿਸ ਦਿਨ ਜਵਾਹਰ ਸਿੰਘ ਵਾਲੇ ਬੀੜ ਵਾਂਗ ਸਪਸ਼ਟ ਕਰਨਾ ਪਏਗਾ ਕਿ ਕੌਣ ਸੀ। ਬਾਦਲਾਂ ਦੀ ਤੁਸੀਂ ਗੱਲ ਕਰਦੇ ਹੋ, ਉਹ ਕਿਉਂ ਨਾ ਅਸੀਂ ਬਾਦਲਾਂ ਨੂੰ ਸਮਝੀਏ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ ਪ੍ਰਗਟ ਕਰਦੇ ਮੁੰਡਿਆਂ ਨੂੰ ਸ਼ਹੀਦ ਕਰਕੇ 2.5 ਸਾਲ ਸਾਨੂੰ ਇਹ ਗੱਲ ਕਹੀ ਕਿ ਪਤਾ ਨਹੀਂ ਕਿਹੜੇ ਪੁਲਸੀਏ ਮਾਰ ਗਏ। ਜਿਹੜੇ ਲੋਕ ਇਹਦਾ ਮਤਲਬ ਲੁਕਾਉਣਾ ਚਾਹੁੰਦੇ ਸੀ, ਫਿਰ ਹੁਣ ਕਿਵੇਂ ਪਤਾ ਲੱਗ ਗਿਆ ਵੀ ਆਹ ਪੁਲਸੀਏ ਸੀ 5? ਉਹੀ ਤੰਤਰ ਹੁਣ ਕੰਮ ਕਰ ਰਿਹਾ ਹੈ।
ਉਹਨਾਂ ਨੇ ਜੋਰਾ ਸਿੰਘ ਕਮਿਸ਼ਨ ਬਣਾਇਆ, ਉਹਦੀ ਰਿਪੋਰਟ ਜਨਤਕ ਨਹੀਂ ਕੀਤੀ। ਨਕੋਦਰ ਸਾਡੇ ਬੱਚੇ ਮਰ ਗਏ 84-86 ਚ, ਅੱਜ ਤੱਕ ਉਹ ਰਿਪੋਰਟ ਜਨਤਕ ਨਹੀਂ ਹੋਈ। ਜੇ ਜਸਟਿਸ ਰਣਜੀਤ ਸਿੰਘ ਨੇ ਰਿਪੋਰਟ ਲਿਖੀ ਹੈ ਉਹ ਜਨਤਕ ਹੋਈ ਹੈ। ਭਾਵ ਕਹਿਣ ਤੋਂ ਇਹੀ ਤੰਤਰ ਪਹਿਲਾਂ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਬਾਦਲ ਇਸ ਸਾਰੇ ਕਿਸੇ ਨੂੰ ਕਿਸੇ ਮਨਸੂਬੇ ਦੇ ਤਹਿਤ, ਕਿਸੇ ਯੋਜਨਾ ਦੇ ਤਹਿਤ ਦਬਾ ਕੇ ਰੱਖਣਾ ਚਾਹੁੰਦੇ ਨੇ, ਤਾਂ ਜੋ ਉਹ ਸਿੱਖਾਂ ਦੇ ਵਿੱਚੋਂ ਸਿੱਖੀ ਖਤਮ ਕਰਨਾ ਚਾਹੁੰਦੇ ਨੇ। ਇੱਕ ਮੈਂ ਲਫ਼ਜ਼ ਖੱਸੀ ਵਰਤਿਆ ਸੀ, ਉਹਦੀ ਮੈਂ ਵਿਆਖਿਆ ਇਹ ਕਰਦਾ ਕਿ ਖੱਸੀ ਬਲਦ ਕੀਤੇ ਜਾਂਦੇ ਨੇ ਪੰਜਾਬ ਤੇ ਜਿੱਥੇ ਜਿੱਥੇ ਖੇਤੀ ਹੁੰਦੀ ਹੈ, ਕਿਉਂਕਿ ਪਹਿਲਾਂ ਸਭ ਤੋਂ ਵੱਡਾ ਕਲਟੀਵੇਸ਼ਨ ਦਾ ਸਾਧਨ ਜਿਹੜਾ ਸੀਗਾ ਉਹ ਬਲਦ ਸੀ ਜੀ। ਖੱਸੀ ਬਲਦ ਨੂੰ ਤਾਂ ਕੀਤਾ ਜਾਂਦਾ ਹੈ ਵੀ ਉਹ ਕਿਸੇ ਹੋਰ ਪਾਸੇ ਧਿਆਨ ਨਾ ਦੇਵੇ, ਸਿਰਫ ਕੰਮ ਕਰੇ। ਹੁਣ ਸਾਡੀ ਸੋਚ, ਹੁਣ ਖੱਸੀ ਦਾ ਤੇ ਦੂਜੇ ਬਲਦ ਤੇ ਸਾਂਢ ਦਾ ਫਰਕ ਕੀ ਹੈ? ਫਰਕ ਇਹ ਹੈ ਕਿ ਬਲਦ ਕੰਮ ਤਾਂ ਬਹੁਤ ਕਰਦਾ ਹੈ, ਪਰ ਉਹ ਆਪਣੇ ਵਰਗਾ ਬਲਦ ਜਾਂ ਆਪਣੇ ਵਰਗਾ ਬੱਚਾ ਨਹੀਂ ਪੈਦਾ ਕਰ ਸਕਦਾ, ਉਹਨੂੰ ਖੱਸੀ ਕਰ ਦਿੱਤਾ ਜਾਂਦਾ, ਉਹਦੀ ਇੰਪੋਰਟੇਸੀ ਕਰ ਦਿੱਤੀ ਜਾਂਦੀ ਹੈ। ਸਿੱਖਾਂ ਨੂੰ ਬਾਦਲਾਂ ਰਾਹੀਂ ਵਿਪਰਵਾਦ ਖੱਸੀ ਕਰਨਾ ਚਾਹੁੰਦਾ ਹੈ, ਇਹ ਬਾਰਡਰਾਂ ਤੇ ਮਰਨ ਬਲਦਾਂ ਵਾਂਗ, ਸਾਡਾ ਕੰਮ ਕਰਨ, ਲੰਗਰ ਵਰਤਾਉਣ, ਸਭ ਕੁਝ ਕਰਨ, ਪਰ ਇਹ ਸਿੱਖ ਸੋਚ ਵਾਲਾ ਅਗਲਾ ਸਿੱਖ ਪੈਦਾ ਨਾ ਕਰ ਜੀ। ਉਹਦੇ ਕਰਕੇ ਮਹਾਰਾਜ ਦੀ ਇਹ ਬੇਅਦਬੀ ਹੋਈ ਹੈ। ਸਾਡੀ ਅਸੈਪਟੈਂਸ ਦੇ ਵਿੱਚ ਲੈਣਾ ਚਾਹੁੰਦੇ ਨੇ, ਕੋਈ ਖਾਸ ਗੱਲ ਨਹੀਂ ਯਾਰ, ਜੇ ਗੁੰਮ ਗਏ ਤਾਂ ਇੰਨੇ ਕਰੋੜ ਜਮ੍ਹਾਂ ਕਰਾ ਕੇ ਫੇਰ ਕਰ ਲਾਂਗੇ। ਨਾ, ਸਾਡਾ ਹਾਜ਼ਰ ਨਾਜ਼ਰ ਗੁਰੂ ਹੈ, ਸਾਨੂੰ ਜਦ ਤੱਕ ਪਤਾ ਨਹੀਂ ਲੱਗਿਆ ਵੀ ਉਹ ਕਿੱਥੇ ਗਏ ਜੀ, ਉਹਨਾਂ ਦੇ ਨਾਲ ਕੀ ਹਸ਼ਰ ਕੀਤਾ ਇਹਨਾਂ ਨੇ, ਇਹ ਆਪਣੇ ਮੂੰਹੋਂ ਬੋਲਣਗੇ। ਇਹ ਮੇਰਾ ਵਿਸ਼ਵਾਸ ਹੈ। ਮੈਂ ਹਾਜ਼ਰ ਨਾਜ਼ਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ। ਗੁਰੂ ਗ੍ਰੰਥ ਸਾਹਿਬ ਜੀ ਨੇ ਕਰਵਾਉਣਾ ਹੈ, ਮੇਰੇ ਤੋਂ ਕਰਵਾ ਦੇਣ, ਜੱਜ ਜਗਦੀਪ ਸਿੰਘ ਵਰਗੇ ਤੋਂ ਕਰਾ ਦੇਣ, ਕਿਸੇ ਹੋਰ ਤੋਂ ਕਰਾ ਦੇਣ, ਇਹ ਤਾਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬਸ ਜੀ। ਪਰ ਇਹ ਸਾਹਮਣੇ ਜ਼ਰੂਰ ਆਊਗਾ, ਇਹ ਮੇਰਾ ਵਿਸ਼ਵਾਸ ਹੈ। ਕੌਮ ਇਹਦੇ 'ਚ ਸਾਡਾ ਸਾਰੇ ਅਸੀਂ ਆਪਸੀ ਇੱਕ ਦੂਜੇ ਦਾ ਸਾਥ ਦੇ ਕੇ ਇਹਦੇ ਉੱਤੇ ਕੰਸਨਟਰੇਟ ਕਰੀਏ ਕਿ ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੋ ਜਾਂਦਾ ਕੌਮ ਦੀਆਂ ਇੱਛਾਵਾਂ ਦੇ ਤੌਰ ਤੇ, ਉਨੀ ਦੇਰ ਤੱਕ ਅਸੀਂ ਕਿਸੇ ਹੋਰ ਗੱਲ ਦੇ ਉੱਤੇ ਉਨੀ ਕੰਸਨਟ੍ਰੇਸ਼ਨ ਨਹੀਂ ਕਰਾਂਗੇ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ। ਬੜੇ ਸਵਾਲ ਮਨ ਦੇ ਵਿੱਚ ਰਹਿ ਗਏ ਨੇ। ਦਰਸ਼ਕੋ, ਤੁਹਾਡੇ ਨਾਲ ਵਾਅਦਾ ਕਰਦਾ ਮਾਂ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਪ੍ਰੋਫੈਸਰ ਮਹਿੰਦਰਪਾਲ ਸਿੰਘ ਪ੍ਰੋਗਰਾਮ ਦਾ ਹਿੱਸਾ ਹੋਣਗੇ, ਮੇਰੇ ਨਾਲ ਹੋਣਗੇ। ਬੜੇ ਮਨ ਦੇ ਵਿੱਚ ਸਵਾਲ ਨੇ, ਉਹ ਸਾਰੇ ਮੈਂ ਚਾਹੁੰਦਾ ਕਿ ਇਹਨਾਂ ਦੇ ਕੋਲੋਂ ਕਲੀਅਰ ਕਰਵਾਵਾਂ। ਕਿਉਂ ਕਰਵਾਵਾਂ ਉਹਦੇ ਬਾਰੇ ਮੈਂ ਥੋੜੀ ਜਾਣਕਾਰੀ ਦੇ ਦਿਆਂ, ਕਿਉਂਕਿ ਜਦੋਂ ਵੀ ਆਪਾਂ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਜਾਂਦੀ ਹੈ ਤੇ ਪ੍ਰੋਫੈਸਰ ਸਾਹਿਬ ਨੇ ਵੀ ਇਹ ਗੱਲ ਕੀਤੀ ਹੈ ਕਿ ਮੈਂ ਆਪਣੀ ਪਾਰਟੀ ਦੇ ਏਜੰਡੇ ਵਿੱਚ ਇਸ ਗੱਲ ਨੂੰ ਰੱਖਾਂਗਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਹਾਜ਼ਰ ਨਾਜ਼ਰ ਨੇ। ਦੂਜੀ ਇਹਨਾਂ ਨੇ ਗੱਲ ਕੀਤੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਸਾਹਮਣੇ ਆਵੇਗਾ। ਤੀਜੀ ਇਹਨਾਂ ਨੇ ਗੱਲ ਕੀਤੀ ਹੈ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਹਾਂ ਵੀ ਹਾਕਮ ਹੱਥ ਖੰਡੇ ਚਲਾਉਂਦਾ ਹੈ, ਸਾਡਾ ਧਿਆਨ ਡਾਈਵਰਟ ਕਰਨ ਵਾਸਤੇ ਇੱਕੇ ਦਿਨ ਅਨੇਕਾਂ ਮੁੱਦੇ ਛੋਲੇ ਜਾਂਦੇ ਨੇ ਤੇ ਉਹ ਸਾਰੇ ਪਾਸੇ ਧਿਆਨ ਲੋਕਾਂ ਦਾ ਖਿੰਡਿਆ ਪੁੰਡਿਆ ਵੰਡਿਆ ਜਾਂਦਾ ਹੈ। ਜੇ ਕੱਲਾ ਧਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਹੋਵੇ ਤੇ ਮਸਲੇ ਹੱਲ ਹੋ ਸਕਦੇ ਨੇ। ਅਸੀਂ ਉੱਥੇ ਕੌਮੀ ਜਜ਼ਬਾਤਾਂ ਦੀ ਤਰਜਮਾਨੀ ਵੀ ਕਰਨੀ ਹੈ। ਸੋ ਖੈਰ, ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਣਾ ਵਾ। ਤੁਹਾਡੇ ਨਾਲ ਵਾਅਦਾ ਕਰਦਾ ਵਾਂ ਕਿ ਰਹਿੰਦੇ ਸਵਾਲ ਪ੍ਰੋਫੈਸਰ ਮਹਿੰਦਰਪਾਲ ਸਿੰਘ ਨਾਲ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗਾ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਬਾਰੇ ਖੁੱਲ੍ਹ ਕੇ ਵਿਚਾਰਾਂ ਕਰਾਂਗੇ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਆ ਰਿਹਾ ਮੈਂ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।